ਵਿਹਲੇ ਲੋਕ ਹੁਣ ਐਵੇਂ ਲੜੀ ਜਾਣਗੇ, ਟੀਵੀ ਦੇਤਾ ਫਿਰ ਟੀਵੀ ਦੇਖੀ ਜਾਓ ਸਾਰਾ ਦਿਨ ਬੈਠ ਕੇ, ਐਵੇਂ ਲੜੀ ਜਾਓਗੇ ਖਾਮ ਖਾ। ਕਹਿੰਦਾ ਬਾਣੀ ਤਾਂ ਤੁਸੀਂ ਪੜ੍ਹਨੀ ਨਹੀਂ, ਇਹ ਨਾਲ ਤਾਂ ਕਹਿੰਦੇ ਫਿਰ ਚੰਗਾ ਟੀਵੀ ਦੇਖੀ ਜਾਵੇ, ਨਿੰਦਾ ਚੁਗਲੀ ਤੋਂ ਤਾਂ ਬਚੋਗੇ। ਕਲਯੁਗ ਵਿੱਚ ਇਹ ਦੇਤਾ, ਬੈਠੇ ਰਹੋ ਅਖਬਾਰ ਪੜ੍ਹੀ ਜਾਓ ਸਾਰਾ ਦਿਨ। ਕਿਉਂ? ਬਾਣੀ ਪੜ੍ਹਨ ਨੂੰ ਤਾਂ ਮਨ ਲੱਗਦਾ ਨਹੀਂ। ਘੰਟੇ ਘੰਟੇ ਦੇ ਸੀਰੀਅਲ ਦੇਖਦੇ ਨੇ ਬੈਠ ਕੇ, ਪਤਾ ਹੀ ਨਹੀਂ ਲੱਗਦਾ 1 ਘੰਟੇ ਦਾ ਕਿਹੜੇ ਵੇਲੇ ਲੰਘ ਗਿਆ। ਤੇ ਪਾਠ ਕਰਦੇ ਆ, ਬਾਸੀਆਂ ਮਾਰਨਗੇ, ਪੁੱਠੇ ਹੋ ਡਿੱਗਦੇ ਨੇ, ਪੇਟ ਦਰਦ ਹੁੰਦਾ, ਕਿਤੇ ਸਿਰ ਦਰਦ ਹੁੰਦਾ। ਕਹਿੰਦੇ ਕਿੱਥੇ ਫਸਾ ਤੇ ਮਹਾਰਾਜ ਨੇ 5 ਬਾਣੀਆਂ ਬਹੁਤੀਆਂ। ਜਪਜੀ ਸਾਹਿਬ ਆਨੰਦ ਸਾਹਿਬ ਬੜਾ ਸੀ, ਜਾਂ ਜਪਜੀ ਸਾਹਿਬ ਇਕੱਲਾ ਹੀ ਪੜ੍ਹ ਲੈਂਦੇ। ਕਈ ਤਾਂ ਕਹਿੰਦੇ 5 ਪੌੜੀਆਂ ਹੀ ਜਪਜੀ ਸਾਹਿਬ ਦੀਆਂ ਬਹੁਤ ਹੈ। ਸੋ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਈ ਤਾਂ ਭੁੱਖ ਮੰਗ ਕੇ ਲੈਂਦੇ ਨੇ, ਕਈ ਭੁੱਖੇ ਰਹਿੰਦੇ ਵੀ ਨੇ। ਕਈ ਅਕਾਲ ਪੁਰਖ ਤੋਂ ਇਹੀ ਮੰਗਦੇ ਨੇ, ਕਈ ਦੁੱਖ ਮੰਗਦੇ ਨੇ ਐਸਾ ਕਿ ਐਸਾ ਦੁੱਖ ਦਿਓ ਜਿਹਦੇ ਕਰਕੇ ਉਹ ਦਾਰੂ ਰੂਪ ਹੋ ਜਾਵੇ। ਕਈ ਅਕਾਲ ਪੁਰਖ ਤੋਂ ਭੁੱਖ ਮੰਗਦੇ ਨੇ ਕਿ ਨਾਮ ਦੀ ਭੁੱਖ ਹੋਰ ਦਿਓ ਸੱਚੇ ਪਾਤਸ਼ਾਹ, ਨਾਮ ਦੀ ਭੁੱਖ ਮੇਰੀ ਹੋਰ ਵੱਧ ਜਾਵੇ। ਇਹ ਕੱਲੀ ਇੱਕ ਦੁੱਖ ਭੁੱਖ ਤੇ ਨਾ ਖੜ ਜਾਣਾ ਆਪਾਂ ਨੇ ਕਿ ਪੰਗਤੀ ਪੜ੍ਹ ਕੇ ਅੱਗੇ ਲੰਘੇ ਵੀ ਦੁੱਖ ਭੂਖ ਸਦ ਮਾਰ। ਅਸੀਂ ਵੀ ਵਾਹਿਗੁਰੂ ਤੋਂ ਮੰਗੀਏ ਕਿ ਮਹਾਰਾਜ ਸਾਨੂੰ ਵੀ ਕਿਰਪਾ ਕਰੋ, ਦੁੱਖ ਦਿਓ। ਕਿਹੜਾ? ਅੰਮ੍ਰਿਤ ਵੇਲੇ ਉੱਠਣ ਦਾ ਮਿੱਠਾ ਦੁੱਖ ਦਿਓ। ਉਹ ਸਾਡਾ ਦੁੱਖ ਹੈ। ਭਾਵੇਂ ਦੁੱਖ ਲੱਗਦਾ ਉਦੋਂ, ਉੱਠਣਾ ਬਹੁਤ ਔਖਾ ਹੈ, ਪਿੰਡੇ ਤੇ ਪਾਣੀ ਪਾਣਾ ਬੜਾ ਔਖਾ ਹੈ, ਫਿਰ ਬੈਠਣਾ ਉਦੋਂ ਨੀਂਦ ਆਉਂਦੀ ਹੁੰਦੀ ਹੈ, ਬੜਾ ਦੁੱਖ ਕਈ ਵਾਰ ਹੁੰਦਾ ਵੀ ਸੌਂ ਜੀਏ ਕੀ ਕਰਨਾ। ਪਰ ਮਹਾਰਾਜ ਕਹਿੰਦੇ ਉਹੀ ਤਾਂ ਤੇਰੇ ਦੁੱਖ ਨੇ ਦਾਰੂ ਬਣਨਾ। ਫਿਰ ਭੁੱਖੇ ਰਹਿ ਕੇ ਅੰਮ੍ਰਿਤ ਵੇਲੇ ਸਵੇਰੇ ਉੱਠ ਕੇ ਪਾਠ ਕਰਨਾ, ਨਿਤਨੇਮ ਕਰਕੇ ਹੀ ਜਲ ਪਾਣੀ ਛਕਣਾ। ਕਈ ਤਾਂ ਇਹ ਵੀ ਮੰਗਦੇ ਨੇ ਕਿ ਮਹਾਰਾਜ ਐਵੇਂ ਸਵੇਰੇ ਉੱਠਦੇ ਹੀ ਨਾ ਭੁੱਖ ਲੱਗ ਜੇ ਕਿਤੇ, ਇਉਂ ਵੀ ਮੰਗਦੇ ਨੇ। ਸਦ ਮਾਰ, ਮਾਰ ਇਹ ਜਿਹੜੇ ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਨਾਮ ਹੈ ਮਾਰ। ਇਹ ਗੁਰਬਾਣੀ ਵਿੱਚ ਕਈ ਜਗ੍ਹਾ ਆਇਆ। ਮਾਰ ਨਾਮ ਜ਼ਹਿਰ ਦਾ ਹੈ, ਮਾਰ ਨਾਮ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਹੈ। ਉਹ ਸਦਾ ਵਾਸਤੇ ਹੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਮਾਰ ਲੈਂਦੇ ਨੇ। ਇਹ ਪੇ ਦਾਤ ਤੇਰੀ ਦਾਤਾਰ, ਇਹ ਜਿਹੜਾ ਕਿਸੇ ਨੂੰ ਦੁੱਖ ਮਿਲਣਾ, ਕਿਸੇ ਨੂੰ ਭੁੱਖ ਮਿਲਣਾ, ਸਦਾ ਹੀ ਕਈਆਂ ਨੂੰ ਸਦ ਮਾਰ, ਕਈਆਂ ਨੂੰ ਮਾਰ ਹੀ ਪਈ ਜਾਂਦੀ। ਉਹ ਜਾਂ ਚੋਰੀਆਂ ਕਰਦੇ, ਜਿਹੜੇ ਰੋਜ਼ ਗਲਤੀਆਂ ਕਰਦੇ, ਉਹਨਾਂ ਨੂੰ ਕੁੱਟ ਹੀ ਪੈਂਦੀ ਰਹਿੰਦੀ ਹੈ। ਜੇਬ ਕਤਰਿਆਂ ਨੂੰ ਕੁਟਾਪਾ ਚੜ੍ਹਦਾ ਹੀ ਰਹਿੰਦਾ ਕਿਤੇ ਨਾ ਕਿਤੇ। ਪੁਲਿਸ ਮਾਰਦੀ ਆ, ਕਦੇ ਬੰਦੇ ਮਾਰਦੇ, ਉਹੀ ਕੁੱਟ ਖਾ ਲੈਂਦੇ, ਤੁਰੇ ਜਾਂਦੇ। ਉਹ ਜਿਵੇਂ ਬਚਪਨ 'ਚ ਪੜ੍ਹਦੇ ਹੁੰਦੇ ਸੀ ਕਿਤਾਬ 'ਚ, ਉਹ ਕਹਿੰਦੇ ਉਹ ਤੂੰ ਇਹ ਆਹ ਗੱਲ ਕਿਉਂ ਕਹਿੰਦਾ? ਨਵੀਂ ਜੁੱਤੀ ਸੀ ਚੂੰ ਚੂੰ ਕਰਦੀ ਵਾਲੀ ਜਿਹੜੀ ਕਵਿਤਾ ਹੁੰਦੀ ਸੀ ਪਹਿਲਾਂ, ਉਹ ਕਹਿੰਦੇ ਤੂੰ ਆਹ ਨਹੀਂ ਕਹਿਣਾ, ਤੂੰ ਆਹ ਕਹੀਂ। ਉਹ ਕਹਿੰਦੇ ਚੋਰ ਕਹਿੰਦੇ ਐਵੇਂ ਸਾਨੂੰ ਫਸਾਏਗਾ, ਲਿਆਈ ਜਾਓ ਤੇ ਰੱਖੀ ਜਾਓ, ਇਉਂ ਕਹਿ। ਉਹ ਜਾਂਦਾ ਹੋਇਆ ਗਾਉਂਦਾ ਲਿਆਈ ਜਾਓ ਰੱਖੀ ਜਾਓ। ਅੱਗੇ ਰਾਜਾ ਮਰਿਆ ਹੋਇਆ ਸੀ, ਉਹਨਾਂ ਨੇ ਅਰਥੀ ਲਿਆ ਕੇ ਰੱਖੀ ਸੀਗੀ ਸ਼ਮਸ਼ਾਨਾਂ ਦੇ ਵਿੱਚ। ਉਹ ਕਹਿੰਦਾ ਲਿਆਈ ਜਾਓ ਰੱਖੀ ਜਾਓ। ਕਹਿੰਦਾ ਇਹ ਦੱਸ, ਇੱਕ ਬੰਦਾ ਮਰ ਗਿਆ, ਰਾਜਾ ਮਰ ਗਿਆ, ਇਹ ਕਹਿੰਦਾ ਲਿਆਈ ਜਾਓ ਰੱਖੀ। ਉਹਨਾਂ ਨੇ ਫੇਰ ਕੁੱਟਿਆ ਫੜ ਕੇ। ਉਹ ਕਹਿੰਦੇ ਇਹ ਨਹੀਂ ਕਹਿਣਾ, ਇਹ ਤੂੰ ਕਹਿ ਚੰਗਾ ਹੋਇਆ ਚੰਗਾ ਹੋਇਆ, ਜਾਂ ਮੈਂ ਕਿ ਮਾੜਾ ਹੋਇਆ ਮਾੜਾ ਹੋਇਆ। ਅੱਗੇ ਕਿਤੇ ਬਰਾਤ ਆਉਂਦੀ ਸੀ, ਉਹ ਕੋਲ ਖੜ ਕੇ ਨਾ ਮਾੜਾ ਹੋਇਆ ਮਾੜਾ, ਉਹਨਾਂ ਨੇ ਕੁੱਟਿਆ ਫੜ ਕੇ। ਓਏ ਐਂ ਕਿਉਂ ਬੋਲਦਾ ਤੂੰ? ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਉਂ ਕਈਆਂ ਨੂੰ ਕੁੱਟ ਖਾਣ ਦੀ ਆਦਤ ਹੀ ਹੁੰਦੀ, ਬਸ ਉਹ ਕੁੱਟੀ ਖਾਈ ਜਾਂਦੇ ਨੇ। ਇਹ ਪੇ ਦਾਤ ਤੇਰੀ ਦਾਤਾਰ, ਹੈ ਦਾਤਾਰ ਇਹ ਵੀ ਤੇਰੀ ਦਾਤ ਹੈ। ਕਿਸੇ ਨੂੰ ਦੁੱਖ ਦੇਤਾ, ਕਿਸੇ ਨੂੰ ਭੁੱਖ ਦੇਤੀ, ਕਿਸੇ ਨੂੰ ਕੋਟੀ ਪਈ ਜਾਂਦੀ ਹੈ ਸਾਰਾ ਦਿਨ, ਤੇ ਕਈਆਂ ਨੂੰ ਦੁੱਖ ਦਾਰੂ ਦੇਤਾ, ਕਈਆਂ ਨੂੰ ਭੁੱਖ ਦੇਤੀ ਨਾਮ ਦੀ। ਜੇ ਤਾਂ ਰੋਟੀਆਂ ਦੀ ਭੁੱਖ ਦੇਣੀ ਹੈ ਫੇਰ ਤਾਂ ਨਾ ਲਿਓ। ਮਹਾਰਾਜ ਤੋਂ ਜਦੋਂ ਮੰਗੋ ਸਾਚੇ ਨਾਮ ਕੀ ਲਾਗੈ ਭੂਖ, ਮਹਾਰਾਜ ਮੇਰੇ ਅੰਦਰ ਭੁੱਖ ਜਗਾਓ ਨਾਮ ਦੀ। ਮੈਂ ਵੀ ਫਿਰ ਜਦ ਭੁੱਖ ਲੱਗਦੀ ਤਾਂ ਬੰਦਾ ਕਹਿੰਦਾ ਹਾਏ ਰੋਟੀ ਦਿਓ ਜਲਦੀ ਕਰੋ, ਮੈਂ ਮਰ ਗਿਆ, ਭੁੱਖਾ ਮਰ ਗਿਆ ਮੈਂ। ਮਹਾਰਾਜ ਜੀ ਰੋਟੀ ਦੀ ਭੁੱਖ ਤਾਂ ਨਾ ਲੱਗੇ, ਨਾਮ ਦੀ ਭੁੱਖ ਲੱਗੇ, ਜਿਸ ਕਰਕੇ ਸਾਡੇ ਮੂੰਹ ਚੋਂ ਆਪ ਮੁਹਾਰੇ ਨਿਕਲੇ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਿਨਾਮ ਸ੍ਰੀ ਵਾਹਿਗੁਰੂ। ਭੁੱਖ ਲੱਗਦੀ ਮਾਇਆ ਦੀ, ਆਈਆਂ ਤਾਂ ਮਾਇਆ ਕਮਾਉਨੇ ਆਪਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ, ਕਿਉਂਕਿ ਇਹਦੀ ਭੁੱਖ ਲੱਗਦੀ। ਭੁੱਖ ਲੱਗਦੀ ਅੱਖਾਂ ਨੂੰ, ਮੈਂ ਹੋਰ ਦੇਖਾਂ ਮੈਂ ਹੋਰ ਦੇਖਾਂ,
अखीं देख न रजियां बहु रंग तमाशे। महाराज कृपा करो, भुख लगे तो तेरी लगे, अखां नूं लगे तेरे दर्शनां दी भुख, कन्नां नूं लगे बाणी सुणन दी भुख, जुबान नूं भुख लगे तो लगे, प्यास लगे तो नाम दी। इस तरह महाराज तो मंग के लेना। बंद खलासी भाणै होए, अकाल पुरख दे भाणे दे विच हुक्म दे विच ही बंदा बंदी विच पैंदा, ते बंदी विचों खलासी भी उहदे हुक्म दे विच ही हुंदी है। जदों किसी नूं कढणा, एक ना भाणे कढ लए, एक ना माया विच निवास, अपने भाणे दे अंदर ही सतगुर सिख के बंधन काटै, गुर का सिख विकार ते हटै, सतगुर सिख को नाम धन दे, गुर का सिख वडभागी है, सतगुर सिख का हलत पलत सवारै, नानक सतगुर सिख को जी नाल संभारै। बंद खलासी उहदे हुक्म दे विच है सारी। ये बंद खलासी अखर सारियां थां ही लग जांदा है। जपजी साहब दे अंदर अंदर बड़ा कुछ है, बस पढ़न नाल ही पता लगेगा। आ जिहड़ा बंद खलासी अखर है, इहदा इन्ना विस्तार है, कोई अंत नहीं। जिथे भी कदे तुहानूं बंदी पै जे, उथों खलासी इसे शब्द ने करनी, इस जपजी साहब दे पाठ ने करनी। चाहे वह कैद का बंधन है, चाहे वह विषयां दी बंद खलासी कराउणी है, चाहे वह माया तो बंद खलासी कराउणी है, जिथों मर्जी बंद खलासी करा लो, इसे पौड़ी नहीं कर देनी है। पर आप पढ़ते नहीं ना। एक जपजी साहब रो रो के पढ़ भी बड़ा मुश्किल पूरा होया। 5 या 10 पाठ कहे ने, इन्ने पाठ की करने ने। इस करके इस गल का ध्यान रखो, वध तो वध जिन्ने भी हो जाण जपजी साहब के पाठ उन्ने ही करो, प्यार नाल हौली हौली करी जाओ। सतगुरु महाराज कहने बंद खलासी उहदे हुक्म विच हो जानी, जम्मण मरना तेरा कट्टिया जाना। जम्मण मरण तक कर दिंदे ने। इन्नियां दातां ने इस बंद खलासी अखर दे अंदर कोई गिनती नहीं है। बस ये समझ लो, सतगुरु महाराज सारे पासियों ही बंद खलासी कर दिंदे ने, इन्ने अखर विच ही। चाहे कोई भी काम होवे, जे उहदे विच बंद पै जावे तां सतगुरु किरपा करदे खलासी कर दिंदे ने। बस इन्नी गल है भी हर गल विच ही बंद खलासी अखर आ जांदा। होर आख ना सकै कोई, होर कोई उहदे लेखे नूं कह नहीं सकदा बहुता कर्म लिखिया न जाए। होर कोई ये नहीं कह सकदा कि बंद खलासी उहदे भाणे तो बिना हो जाएगी। कोई कह सकदा कि उहदे भाणे मन्ने तो बिना बंद खलासी हो जाएगी। अपनी बंद खलासी उहदे भाणे तो बाहर होके हो ही नहीं सकती। कोई उहदा लेखा नहीं कह सकदा। जे को खायक आखण पाए, जे कोई खायक का अर्थ है मूर्ख। जे कोई मूर्ख बंदा ये कहे कि उहदे भाणे मन्ने तो बिना बंद खलासी हो जाती है, ਜਾਂ मैं जानदा सारा कुछ, मैं आप ही ब्रह्म ज्ञानी बन गया, मैं आप ही स्वतंत्र हाँ, मैं विषयों तो मुक्त हो गया। जे कोई कहे मेरी बंद खलासी हो गई, विषयों तो मेरी अवस्था बन गई, झूठ बोली जावे। ओह जाने जेतियां मोह खाए, ਉਹੀ ਜਾਣਦਾ ਉਹਦੇ ਮੂੰਹ ਤੇ ਫਿਰ ਜਿੰਨੀਆਂ ਪੈਣਗੀਆਂ ਲਾਹਨਤਾਂ ਜੁੱਤੀਆਂ ਬਹੁਤ ਕੁਝ ਪੈਂਦਾ ਮੂੰਹ ਦੇ ਉੱਤੇ ਆ ਕੇ, ਫਿਰ ਥੁੱਕਾਂ ਪੈਂਦੀਆਂ ਨੇ, ਤਿੱਤ ਮੁਖ ਥੁੱਕਾਂ ਪਾਹੇ, ਲੋਕ ਥੁੱਕਦੇ ਵੀ ਨੇ, ਮਾਰ ਵੀ ਖਾਂਦੇ ਨੇ, ਮੂੰਹ ਵੀ ਕਾਲਾ ਕਰਾਉਂਦੇ ਨੇ, ਕਿਉਂਕਿ ਤੂੰ ਗਲਤ ਗੱਲ ਕਿਉਂ ਬੋਲੀ ਕਿ ਵਾਹਿਗੁਰੂ ਦੇ ਭਾਣੇ ਤੋਂ ਬਿਨਾਂ ਹੀ ਸਾਰਾ ਕੁਝ ਹੋ ਜਾਂਦਾ। ਵਾਹਿਗੁਰੂ ਦੇ ਭਾਣੇ ਵਿੱਚ ਹੀ ਸਾਰਾ ਕੁਝ ਹੁੰਦਾ। ਜਿਹੜਾ ਭਾਣੇ ਤੋਂ ਬਾਹਰ ਜਾਣ ਦਾ ਯਤਨ ਕਰਦਾ ਉਹ ਜਾਣਾ ਜੇਤੀਆਂ ਮੋਹ ਖਾਏ। ਉਹਨੂੰ ਹੀ ਪਤਾ ਫਿਰ ਉਹ ਕਿੰਨੀਆਂ ਮੂੰਹ ਦੇ ਉੱਤੇ ਜਮਦੂਤਾਂ ਦੀਆਂ ਮਾਰਾਂ ਸਹਾਰਦਾ, ਲਾਹਨਤਾਂ ਸਹਾਰਦਾ। ਸਤਿਗੁਰੂ ਮਹਾਰਾਜ ਕਹਿੰਦੇ ਆਪੇ ਜਾਣੈ ਆਪੇ ਦੇ। ਆਪ ਹੀ ਅਕਾਲ ਪੁਰਖ ਜਾਣੈ ਤੋਂ ਭਾਵ ਜਾਣੀ ਜਾਣੈ, ਅੰਤਰਜਾਮੀ ਹੈ, ਆਪ ਹੀ ਦੇਣ ਵਾਲਾ। ਦੱਦੇ ਨੂੰ ਇੱਕ ਲਾਂ ਹੁੰਦੀ ਤਾਂ ਕਹਿੰਦੇ ਆਪੇ ਜਾਣੈ ਆਪੇ ਦੇ। ਇੱਥੇ ਨਾਲ ਈੜੀ ਨੂੰ ਸਿਹਾਰੀ ਲਾਈ ਹੋਈ ਹੈ, ਇਸ ਕਰਕੇ ਆਪੇ ਜਾਣੈ ਆਪੇ ਦੇ। ਇਹ ਜਿਹੜੀ ਆਵਾਜ਼ ਕੱਢਣੀ ਈੜੀ ਦੀ ਨਾਲ, आपे जाना आपे दे, आपे ही रावे। ये कई जगह ईड़ी आउंदी है, ये थोड़ी नाल बोल के जानी। आपे जान है, आपे जानी जान है, आपे देण वाला है। इस करके सतगुरु महाराज सच्चे पातशाह बख्शिश करते हैं, क्योंकि टाइम उपर हो चलिया। इस करके इत्थे ही बहुत आ, कल नूं श्रवण करांगे, सतगुरु महाराज बख्शिश करनगे। इस पंक्ति विच भी बहुत कुछ आपे जाना आपे दे, इन्नी पंक्ति च ही सारा कुछ आ जाता। सारा ही सिद्धांत है,
आपे ही जानदा है, आपे ही दिंदा। जिहदी भी मंग है वो जानदा है। घट घट के अंतर की जानत, भले बुरे की पीर पछानत। सतगुरु महाराज सारिਆਂ ਨੂੰ ਦਿੰਦੇ ਨੇ, जो मंग है ठाकुर अपने ते सोई सोई देवै। जो मर्जी मंग लो पर कहो भाई सारे मिल के वाहे गुरु वाहे गुरु। सतगुरु महाराज गुरु अर्जन देव जी ने ताइयों बचन किया है कि सब ते वड्डा सतगुरु नानक, इस तो उत्ते हुण होर कुछ नहीं है। जब आप जी कहने सब तो वड्डा सतगुरु नानक, सो इस तो थल्ले सारे बाकी थल्ले ही थल्ले ने, क्योंकि जिहड़ा अकाल पुरख ने अपना सरगुण रूप धारिया, चाहे वह निर्गुण रूप है चाहे वह सरगुण रूप है, सारियां नालों वड्डे आप ही ने, उन्हां नालों वड्डा होर कोई नहीं। जिन कल राखी मेरी, जिन्हां ने कलयुग के समय विच मेरी इज्जत पैज प्रतिज्ञा रखी है, ऐसे सतगुरु नानक देव जी महाराज आपां नूं 25ਵੀਂ पौड़ी विच बख्शिशां कर रहे ने। बहुता कर्म लिखिया ना जाए। जिहड़ा अकाल पुरख की बख्शिश है उस नूं कोई लिख नहीं सकता, कोई दस नहीं सकता। बहुतिਆਂ ਨੂੰ किन्नियां ਨੂੰ कुछ बख्शिशां कीतियां, किन्नियां ਨੂੰ संसार है। कोई जोधे मंगते ने, कोई गिणतियां करते हैं, कोई मुक्कर जाते हैं, कोई खाई जाते हैं, कई दुख भुख विच ही मारे जाते हैं। कईयां दी बंद खलासी हो सकती है, वो भाणे अंदर हो भी जाती है। पर सतगुरु महाराज सच्चे पातशाह कहते ने वो अकाल पुरख वाहिगुरु जो है उसकी सिफत नूं होर कोई कह नहीं सकता, होर आख ना सकै कोई, होर कोई कह नहीं सकता। जे को खाए को आखण पाए, जे कोई मूर्ख कहता भी है वो जाने जेतियां मूँह खाए। वो फिर जानदा अपने मूँह के उत्ते किन्नी मार पैंदी है, क्योंकि आपे जाना है आपे दे, आपे ही जान दे, जानी जाने अंतरजामी ने सच्चे पातशाह भी इस सिख नूं सेवा चलाउणा, इहनूं हले बाणी चलाउणा, इहदी मन की चंचलता ही हटाउणी आ, इहदे औगुणां नूं दूर करना, इहनूं ब्रह्म ज्ञान देना, ये सिख नूं शुभ गुण देने ने, ये सिख तो आ सेवा लैनी है, सब जानी जान ने। उन्होंने ये भी पता इन्हूं किन्नी माया की लोड़ है, इन्हूं किन्ने पदार्थां की लोड़ है, इन्हूं किन्नी चीज़ की लोड़ है। हर गल आपे जाना आपे दे, ये एक गल विच सारियां गल्लां ही आ जांदियां ने। आपे जाना आपे दे, आपे ही जानदा आपे ही देवेगा। इस गल नूं हुण कोई कोई विरला बंदा कहंदा है, आख है से पे के के, आख है कहंदे हन कोई कोई, से वो बंदे पे बौड़ो, फिर कोई कोई बंदा कहंदा कि वाहिगुरू दे भाणे दे अंदर दुख सुख मिलदा। इस गल नूं कोई कोई बंदा कहंदा कि आपे जाना आपे दे, आपे ही जानदा आपे ही दातां देण वाला है। जिसनों बख्शे सिफत सालाह, जिन्हों ये बख्शिश कर देंदे ने वाहिगुरू, सिफत अकलियां बह के करनी, एकांत विच, सालाह संगत विच बह के हुंदी। सालाह जे कीर्तन करना है, कथा करनी है, ये सालाह है। सलाहता करनी, सलाहता बहुते जाने मिल के करते हैं, सिफत कला बंदा करता है। तो सस्से कन्ना लल्ले नूं कन्ना सालाह, ये अरबी दे विच ये सालाह अखर कल्याण नूं कहा। सतगुरु महाराज जी जिन्होंने अपनी सिफत दिंदे ने उहदी कल्याण भी कर देंदे ने। इस करके जिन्हों जिन्हों भी अज तक सिफत दिती है, अपनी सलाहता करनी दिती है, या सिफत सलाह इकट्ठा करा कीर्तन करना, कला भी करदा है, दोनों चीज़ां इकट्ठियां ने। कला भी कीर्तन करदा ते सारे सुनने वाले भी करते हैं। इस तरह सिफत सलाह हो जाती परमेश्वर की कथा दे विच भी, कीर्तन दे विच भी। नानक पातशाही पातशाह, महाराज कहते वो पातशाह का भी पातशाह बन जाता है। दुनिया के बड़े बड़े बादशाह भी उहदे अगे झुकण लग जाते हैं।
पात नाम जिहड़ा है तखत दा है, शाह ਉਹਦੇ ਉੱਤੇ बैठण वाला। दो वारी पातशाही, एक बार आया एक बारी पातशाह। वो पातशाहियां बहुवाचक है, पातशाह एक है। इस करके महाराज का इशारा इधर नूं है कि जिहड़े पात स्वरूप रूपी तखत का मालक बन जाता, जदों जिहड़ा अपने अंदर स्वरूप है इस तखत का मालक जदों बन जाता है, पात जो अकाल पुरख वाहिगुरु है, शाह जिहड़ा स्वरूप रूपी तखत का मालक है, जिहड़ा अंदर अपने विराजमान है, जदों जीव जाके उस तखत के उत्ते बैठदा तो यह भी पातशाह बन जाता। सतगुरु महाराज ये किरपा करते हैं। कई गल्लां आपां सुनियां भी नहीं हुंदियां, आपां नूं उल्ट जिहियां लगदियां कि बंदा किवें। अकाल पुरख वाहिगुरु ने भगत कबीर जी नूं जदों किरपा कीती, भगत कबीर जी कहंदे ने अब तो जाए चढ़े सिंघासन, मिले हैं सारंग पानी, राम कबीरा एक भय है कोई ना सकै पछानी। पातशाही पातशाह बन जाता है। दुनिया के अंदर तिन्नां लोकां विच सारियां नालों वड्डा जिहड़ा पातशाह वो विष्णु है। विष्णु नालों वड्डा पातशाह कोई नहीं होर। ਉਹਦੇ नालों वड्डी शाहणी जिहड़ी शाह है वो माया है। एक तो लक्ष्मी है विष्णु के घर वाली, एक माया है जिहड़ी एका माई जुगत व्याई तीन चेले प्रवान। माया इन्हां सारियां दी शाह है, ਉਹਨੂੰ शाह कहने, शाहणी अकाल पुरख के घर वाली। ते अकाल पुरख हैगे ने पातशाह, कहते ने वो विष्णु वर्गे भी जिहड़े पातशाह ने बड़े बड़े, वो भी ਉਹਨੂੰ पातशाह ਮੰਨਦੇ ने अपना ब्रह्म ज्ञानी ਨੂੰ। ਜਿਹਦੇ ਹਿਰਦੇ 'ਚ नाम बस ਜਾਂਦਾ है ਉਹਦੇ ਕੋਲੇ ਸਾਰੇ ਜਾਣੇ ਆਉਂਦੇ ਨੇ। ਉਹਨਾਂ ਦਾ ਸਾਰਾ ਕੋੜਮਾ ਕੁੱਲ ਕਬੀਲਾ ਸਵੇਰੇ ਗੁਰਮੁਖਾਂ ਨੂੰ ਦਰਸ਼ਨ ਦੇਣ ਆਉਂਦਾ, ਖੜ ਕੇ ਬਾਣੀ ਸੁਣ ਕੇ ਜਾਂਦੇ ਨੇ। खड़ते ने सारे आके, परियां क्या, देवते क्या, दैंत क्या, सब कोई आके ने आ सानू सुनाओ बाणी, आ बाणी असीं सुनना। उन्होंने पता भी बाणी खड़ सुनदा, वो कुछ नहीं कहते उन्होंने। खड़ा है बाणी पढ़ी, भोग पिया, चले गए, फिर होर आ गया, फिर होर बाणी पढ़ लाने, फिर होर सुनी जाते ने। भला तो अपना सारे ही चाहते हैं ना। हुण देवते बाणी पढ़ तो नहीं सकते, पर वो कहते सुन तो सकते ना। कहते साडा भी भला होना चाहिए, वो भी अपने वर्गे ही होंदे जूना। इस करके वो सारे जाने भला चाहते ने। रब दे प्यारिਆਂ कोल सारे जाने ही मत्था टेकण आउंदे ने। पातशाह ਮੰਨਦੇ ने ਉਹਨੂੰ भी धन है तू स्वरूप रूपी तखत की प्राप्ति कर ली ਜਿਹੜੀ। सो इस करके सतगुरु महाराज सच्चे पातशाह ने पातशाही भगत जना को दित्तियां। पातशाही भगतां नूं दित्ती है, वडियाइयां वड्डियां भगतां नूं दित्तियां ने। ये तो जदों बंदे की अवस्था बनती है उदों ही इन्हां गल्लां करन दा स्वाद आउंदा। बाकी सधारण जीव ने विचारे अपनी रोटी पानी खांदे ने, नितनेम कर लिया, बस ठीक है। इन्हां नूं इन्ना क गल्लां दे ज्ञान हुंदा, इदों ज़्यादा ज्ञान नहीं हुंदा। जदों उपरले ज्ञान च चले जांदे ने, ज्ञान खंडमय, ज्ञान प्रचंड, तिथै नाद विनोद कोड़ आनंद, उदों जाके इन्हां गल्लां दा ज्ञान हुंदा भी रब दे प्यारिਆਂ दे सिर दे उत्ते किन्ना वड्डा छतर झुलदा। जद सतगुरु गुरु अमरदास साहब महाराज के कोल गुरु रामदास जी सेवा कर रहे, बड़े बड़े टोकरे मिट्टी के कढ़ के लिया बौली साहब चो। तो उस वक्त लाहौर तो चल के गुरु रामदास महाराज के बजुर्ग रिश्तेदार, कोई ताए, कोई चाचे, कोई कुछ अगे जा रहे गंगा यात्रा, आके महाराज के कोले बिना मत्था टेकिया राम राम कह के बह गए। गुरु अमरदास महाराज मिठड़े सुभाव च बोलते, आओ भाई लाहौर तो आए हो? हाँ महाराज, ये साडा इत्थे बच्चा है, भाई जेठा उसका नाम है, तो वो इत्थे सेवा करदा तुहाडे पास, तुहाडा रिश्तेदार भी बन गया है। महाराज कहने आओ तुहानूं मिला के लियाउने। वो जदों कुदरती किते बाहर आए उदों महाराज जी बड़ा बड़ा टोकरा मिट्टी का चुक के सिर ते लिया रहे। वो सारे सोढ़ी कहन लगे, महाराज आ तुसी चंगा काम नहीं कीता, साडे बच्चे किते ऐ टोकरे चकदे फिरदे ने, साडे बच्चे किते ऐ काम करदे फिरदे, असीं तां मजदूर रख के काम कराउने, तुसी तां साडा बच्चा ही रोलता। महाराज सच्चे पातशाह ने टोकरा नहीं है, ध्यान नाल देखो जरा। जब होर नेड़े होके देखिया
ਜਿੱਡਾ ਵੱਡਾ ਟੋਕਰਾ ਸੀ ਓਨਾ ਵੱਡਾ ਸੋਨੇ ਦਾ ਛਤਰ ਮਹਾਰਾਜ ਦੇ ਸਿਰ ਤੇ ਦਿਖਾ ਦਿੱਤਾ। ਕਹਿੰਦੇ ਦੇਖ ਲਓ, ਸਾਹਮਣੇ ਦੇਖ ਲਓ, ਟੋਕਰਾ ਹੈ। ਉਹ ਤਾਂ ਦੇਖਦਿਆਂ ਸਾਰੇ ਇੱਕਦਮ ਸੁੰਨ ਹੋ ਗਏ ਵੀ ਇਹ ਤੇ ਹੋਰ ਹੀ ਕੁਝ ਨਜ਼ਰ ਆ ਰਿਹਾ ਸਾਨੂੰ। ਪ੍ਰਕਾਸ਼ ਦਿਖਾ ਦਿੱਤਾ। ਕਹਿੰਦੇ ਇਹ ਤੁਹਾਡਾ ਭਾਈ ਜੇਠਾ ਜਿਹੜਾ ਨਾ, ਇਹ ਸਾਡਾ ਚੌਥਾ ਸਰੂਪ ਹੋਵੇਗਾ। ਇਹ ਤਾਂ ਤੁਹਾਡੇ ਘਰ ਵਿੱਚ ਆਏ ਨੇ, ਅਕਾਲ ਪੁਰਖ ਚਰਨ ਪਾਏ ਨੇ, ਸਾਡਾ ਆਪਣਾ ਸਰੂਪ ਹੈ। ਕਿਉਂ ਮਹਾਰਾਜ ਸੱਚੇ ਪਾਤਸ਼ਾਹ ਬਣਾ ਦਿੰਦੇ ਨੇ, ਮਾਲਕ ਬਣਾ ਦਿੰਦੇ ਨੇ। ਆਪ ਤਾਂ ਹੈਗੇ ਹੀ ਹੈਗੇ ਮਾਲਕ, ਉਹਨਾਂ ਦੀ ਮਾਲਕੀ ਨੂੰ ਕੋਈ ਖੋ ਸਕਦਾ? ਗੁਰੂ ਗ੍ਰੰਥ ਸਾਹਿਬ ਦੀ ਮਾਲਕੀ ਕੋਈ ਹੋਰ ਲੈ ਸਕਦਾ? ਪਰ ਆਪਣੇ ਪਿਆਰਿਆਂ ਨੂੰ ਵੀ ਆਪਣੇ ਵਰਗੇ ਹੀ ਪਾਤਸ਼ਾਹ ਬਣਾ ਦਿੰਦੇ ਨੇ, ਉਹਨਾਂ ਨੂੰ ਵੀ ਆਪਣੀ ਸਿਫਤ ਸਲਾਹ ਦੇ ਕੇ ਪਾਤਸ਼ਾਹ ਬਣਾ ਦਿੰਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਤਿੰਨਾਂ ਲੋਕਾਂ ਦੀ ਪਾਤਸ਼ਾਹੀ ਬਾਬਾ ਬੁੱਢਾ ਜੀ ਨੂੰ ਦੇ ਦਿੱਤੀ ਮਹਾਰਾਜ ਨੇ। ਭਾਈ ਪਾਰੋ ਨੂੰ ਦੇ ਦਿੱਤੀ, ਭਾਈ ਬਿਧੀ ਚੰਦ ਨੂੰ ਦੇ ਦਿੱਤੀ। ਉਹ ਹੁਣ ਵੀ ਉਹਨਾਂ ਕੋਲ ਪਾਤਸ਼ਾਹੀ ਹੈ ਤਿੰਨਾਂ ਲੋਕਾਂ ਦੀ, ਉਹ ਜਿੱਥੇ ਜੀ ਕਰੇ ਜਾ ਸਕਦੇ ਨੇ। ਕਈ ਵਾਰ ਆਪਾਂ ਕਹਿੰਦੇ ਫਲਾਨਾ ਤਾਂ ਸੱਚਖੰਡ ਚਲੇ ਗਏ ਮਹਾਤਮਾ, ਉਹ ਸੱਚਖੰਡ ਨਹੀਂ, ਉਹ ਬੰਨੇ ਹੋਏ ਨੇ ਸੱਚਖੰਡ। ਉਹ ਤਿੰਨਾਂ ਲੋਕਾਂ 'ਚ ਜਦ ਚਿੱਤ ਕਰੇ ਘੁੰਮ ਜਾਂਦੇ ਨੇ, ਜਦ ਜੀ ਕਰੇ ਕੋਈ ਯਾਦ ਕਰਦਾ ਉੱਥੇ ਗੇੜਾ ਲਾ ਜਾਂਦੇ ਨੇ। ਉਹ ਕੋਈ ਬੰਨੇ ਨਹੀਂ ਹੋਏ। ਜਿਵੇਂ ਪਰਮੇਸ਼ਰ ਵਿਆਪਕ ਹੋ ਜਾਂਦਾ ਹੈ, ਇਸ ਤਰ੍ਹਾਂ ਰੱਬ ਦੇ ਪਿਆਰੇ ਵੀ ਵਿਆਪਕ ਹੋ ਜਾਂਦੇ ਨੇ ਤੇ ਪਾਤਸ਼ਾਹੀ ਭਗਤ ਜਨਾਂ ਨੂੰ ਦੇ ਦਿੰਦੇ ਨੇ ਮਹਾਰਾਜ ਜੀ। ਮਹਾਰਾਜ ਜੀ ਇੰਨਾ ਕੁਝ ਪ੍ਰਾਪਤ ਜਿਹੜਾ ਹੁੰਦਾ ਉਹਨਾਂ ਨੂੰ, ਐਡੇ ਵੱਡੇ ਉਹਨਾਂ ਕੋਲ ਜਿਹੜੇ ਅਕਾਲ ਪੁਰਖ ਦੇ ਗੁਣ ਨੇ, ਸਤਿਗੁਰੂ ਮਹਾਰਾਜ ਜਿਹੜੇ ਗੁਣ ਉਹਨਾਂ ਨੂੰ ਬਖਸ਼ਿਸ਼ ਆਪ ਕਰਦੇ ਹੋ, ਉਹ ਗੁਣਾਂ ਦਾ ਵੀ ਵਰਣਨ ਕਰਦੇ ਹੋ। ਮਹਾਰਾਜ ਕਹਿੰਦੇ ਕੁਛ ਨਹੀਂ ਵਰਣਨ ਹੋ ਸਕਦਾ ਜਿਵੇਂ ਤੁਸੀਂ ਕੋਸ਼ਿਸ਼ ਕਰਦੇ ਹੋ। ਅਮੁੱਲ ਗੁਣ, ਜਿਹੜੇ ਗੁਣ ਨੇ ਨਾ ਅਮੋਲਕ ਨੇ, ਜਿਹੜੇ ਗੁਣ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਆਪਣੇ ਸਿੱਖ ਨੂੰ। ਸਤਿਗੁਰੂ ਜੀ ਬਖਸ਼ਿਸ਼ ਸਿੱਖ ਨੂੰ ਸਿੱਧੀ ਵੀ ਕਰ ਦਿੰਦੇ ਨੇ, ਕਿਸੇ ਮਹਾਤਮਾ ਰਾਹੀਂ ਵੀ ਕਰ ਦਿੰਦੇ ਨੇ, ਜਾਂ ਸੰਗਤ ਵਿੱਚੋਂ ਵੀ ਕਰ ਦਿੰਦੇ ਨੇ। ਇਹ ਨਹੀਂ ਪਤਾ ਲੱਗਦਾ ਕਿ ਕਿੱਥੋਂ ਕਿ ਕਿਰਪਾ ਹੋਣੀ ਹੈ। ਨਾਲੇ ਕਈਆਂ ਤੇ ਕਿਰਪਾ ਕਿਵੇਂ ਲਿਖੀ ਹੁੰਦੀ। ਜਿਵੇਂ ਦੋਦੋ ਰਾਣੀ ਨੂੰ ਗੁਰੂ ਨਾਨਕ ਦੇਵ ਜੀ ਨੇ ਰੋਮ ਸਿਮਰਨ ਦੀ ਦਾਤ ਬਖਸ਼ਿਸ਼ ਕੀਤੀ। ਦੋਦੋ ਰਾਣੀ ਕਹਿੰਦੀ ਮਹਾਰਾਜ ਮੇਰੇ ਪਤੀ ਦੇਵਤਾ ਫਿਰ ਖਾਲੀ ਰਹਿ ਗਏ ਦੋਦਾ, ਇਹਨਾਂ ਤੇ ਨਹੀਂ ਕਿਰਪਾ ਹੋਵੇਗੀ। ਮਹਾਰਾਜ ਜੀ ਕਹਿੰਦੇ ਇਹਨਾਂ ਤੇ ਕਿਰਪਾ ਹੋਏਗੀ ਤੁਹਾਡੇ ਤੋਂ। ਦੋਦੋ ਰਾਣੀ ਜਦ ਇਹਨੂੰ ਨਾਮਦਾਨ ਦੇਣਾ ਤੈਂ ਦੇਣਾ। ਇਸ ਕਰਕੇ ਨਾਮਦਾਨ ਦਿੰਦੇ ਤਾਂ ਸਤਿਗੁਰੂ ਹੀ ਨੇ, ਦਿੰਦੇ ਨੇ ਪੰਜਾਂ ਪਿਆਰਿਆਂ ਰਾਹੀਂ, ਗੁਰਸਿੱਖ ਦੇ ਰਾਹੀਂ ਬਖਸ਼ਿਸ਼ ਕਰਵਾ ਦਿੰਦੇ ਨੇ ਆਪ ਹੀ। ਵਡਿਆਈ ਦਿੱਤੀ ਬਾਬਾ ਬੁੱਢਾ ਜੀ ਨੂੰ, ਦਿੱਤਾ ਸਭ ਕੁਝ ਆਪ ਹੀ ਆ। ਵਡਿਆਈਆਂ ਆਪ ਹੀ ਦਿੰਦੇ ਨੇ, ਕਰਨ ਕਰਾਉਣ ਵਾਲੇ ਸਾਰਾ ਕੁਝ ਆਪ ਹੀ ਨੇ। ਅਮੁੱਲ ਗੁਣ ਜਦੋਂ ਸਤਿਗੁਰੂ ਮਹਾਰਾਜ ਕੋਲ ਗੁਰਸਿੱਖ ਆਉਂਦਾ ਹੈ, ਇਹ ਜਿਹੜੇ ਅਮੁੱਲ ਗੁਣ ਨੇ ਸਤਿਗੁਰੂ ਜੀ ਦੇ, ਇਹਨਾਂ ਦੀ ਕੋਈ ਆਪਾਂ ਸਿਫਤ ਨਹੀਂ ਕਰ ਸਕਦੇ। ਕਿੱਡੇ ਵੱਡੇ ਗੁਣ ਨੇ। ਝੂਠ ਛੱਡ ਜਾਓ, ਸੱਚ ਲੈ ਜਾਓ। ਕਾਮ ਛੱਡ ਜਾਓ, ਵਸਤੂ ਵਿਚਾਰ ਲੈ ਜਾਓ। ਕ੍ਰੋਧ ਛੱਡ ਜਾਓ, ਸ਼ਾਂਤੀ ਲੈ ਜਾਓ। ਮੋਹ ਛੱਡ ਜਾਓ, ਪਿਆਰ ਲੈ ਜਾਓ ਗੁਰਾਂ ਦਾ। ਹੰਕਾਰ ਛੱਡ ਜਾਓ ਤੇ ਸ਼ੁੱਧ ਹੰਕਾਰ ਲੈ ਜਾਓ। ਇਸ ਕਰਕੇ ਲੋਭ ਛੱਡ ਕੇ ਇੱਥੇ ਤੇ ਸ਼ਾਂਤੀ ਲੈ ਜਾਓ। ਲੋਭ ਛੱਡ ਕੇ ਸੰਤੋਖ ਲੈ ਜਾਓ। ਇਹ ਕਿਤੇ ਛੋਟੇ ਜਿਹੇ ਗੁਣ ਨੇ। ਜੇ ਸਤ, ਸੰਤੋਖ, ਦਇਆ, ਧਰਮ, ਵਿਚਾਰ ਸਿੱਖ ਨੂੰ ਦਿੱਤੀ ਹੈ, ਇਹ ਕਿਤੇ ਛੋਟੀ ਜਿਹੀਆਂ ਗੱਲਾਂ ਨੇ। ਇਸ ਕਰਕੇ ਮਹਾਰਾਜ ਕਹਿੰਦੇ ਸਿੱਧੋ ਜਿਹੜੀ ਤਿੰਨ ਪ੍ਰਕਾਰ ਨਾਲ ਚੀਜ਼ ਅਮੁੱਲ ਹੋ ਸਕਦੀ ਹੈ। ਇੱਕ ਤਾਂ ਜਿਵੇਂ ਅਮੁੱਲ ਚੀਜ਼ ਉਹਨੂੰ ਕਹਿੰਦੇ ਨੇ ਜਿਵੇਂ ਕਿਸੇ ਪਿਆਰ ਨਾਲ ਕਿਸੇ ਨੇ ਕੋਈ ਆਪਾਂ ਨੂੰ ਵਸਤੂ ਦੇ ਦਿੱਤੀ। ਕੋਈ ਕਹੇ ਭਈ ਇਹ ਚੀਜ਼ ਬੜੀ ਸੋਹਣੀ ਹੈ ਤੂੰ ਮੈਨੂੰ ਦੇ ਦੇ, ਕਿ ਵੀ ਇਹ ਨਹੀਂ ਦੇ ਸਕਦਾ। ਕਿਉਂ? ਭਈ ਇਹ ਤਾਂ ਮੈਨੂੰ ਕਿਸੇ ਨੇ ਗਿਫਟ ਦਿੱਤਾ ਹੈ। ਇਸ ਕਰਕੇ ਇਹ ਬੜੀ ਅਮੋਲਕ ਚੀਜ਼ ਹੈ, ਮੈਂ ਦੇ ਨਹੀਂ ਸਕਦਾ। ਦੂਸਰੇ ਪ੍ਰਕਾਰ ਦੀ ਅਮੋਲਕ ਚੀਜ਼ ਹੁੰਦੀ ਹੈ ਜਿਹੜੀ ਆਪਾਂ ਧਨ ਦੇ ਨਾਲ, ਬੁੱਧੀ ਨਾਲ, ਵਿਦਿਆ ਨਾਲ ਪ੍ਰਾਪਤ ਨਾ ਕਰ ਸਕਦੇ ਹੋਈਏ, ਉਹਨੂੰ ਅਮੋਲਕ ਵਸਤੂ ਕਹਿੰਦੇ ਨੇ। ਜਿਹੜੀ ਧਨ ਨਾਲ ਨਾ ਮਿਲੇ, ਵਿਦਿਆ ਨਾਲ ਨਾ ਮਿਲੇ, ਇਸ ਪ੍ਰਕਾਰ ਜਿਹੜੀ ਹੈ ਇਹ ਕੋਈ ਵਸਤੂ ਕਿਸੇ ਵੀ ਤਰੀਕੇ ਨਾਲ ਨਾ ਮਿਲੇ। ਹੁਣ ਇੱਕ ਚੀਜ਼ ਐਸੀ ਹੈ ਜਿਹੜੀ ਹੋਰ ਬਿਲਕੁਲ ਕਿਸੇ ਤਰੀਕੇ ਨਾਲ ਮਿਲਦੀ ਹੀ ਨਹੀਂ,
ਜਿਹੜੀ ਸਿਰਫ ਤੇ ਸਿਰਫ ਸਤਿਗੁਰੂ ਹੀ ਦੇ ਸਕਦੇ ਨੇ। ਬਸ ਨਾਮ ਹੋਰ ਕੋਈ ਨਹੀਂ ਦੇ ਸਕਦਾ, ਨਾਮ ਸਿਰਫ ਸਤਿਗੁਰੂ ਹੀ ਦੇ ਸਕਦੇ ਹਨ, ਕੋਈ ਨਹੀਂ ਦਿੰਦਾ। ਪਰ ਬੜੇ ਬੜੇ ਪ੍ਰਮਾਣ ਮੇਰੇ ਕੋਲ ਐਸੇ ਪਏ ਨੇ, ਤੁਸੀਂ ਸੁਣ ਕੇ ਹੈਰਾਨ ਹੋ ਜਾਵੋ। ਗੁਰਦਾਸਪੁਰ ਜ਼ਿਲ੍ਹੇ 'ਚ ਜਦੋਂ ਉਹ ਲੋਕਾਂ ਨੂੰ ਇਹ ਬੜੇ ਬੜੇ ਟੱਬ ਭਰ ਕੇ ਕੱਚੀ ਲੱਸੀ ਉਹਨਾਂ ਦੇ ਵਿੱਚ ਬਸ ਫੂਕ ਮਾਰ ਦੇਣੀ, ਆਹ ਬਣ ਗਿਆ ਅੰਮ੍ਰਿਤ, ਛਕ ਲਓ ਬਈ। ਫਿਰ ਖੂਹ ਦੇ ਵਿੱਚ ਫੂਕ ਮਾਰਤੀ, ਇੱਥੋਂ ਪੀ ਲਓ, ਬਣ ਗਿਆ ਵੀ ਅੰਮ੍ਰਿਤ। ਦਾੜੀ ਦੂੜੀ ਉਹਨਾਂ ਦੀ ਕੱਟੀ ਹੁੰਦੀ ਸੀ, ਮਾੜੀ ਮੋਟੀ ਰਿੱਧੀਆਂ ਸਿੱਧੀਆਂ ਸੀ ਉਹਨਾਂ 'ਚ। ਨਲਕੇ 'ਚ ਫੂਕ ਮਾਰਤੀ, ਬਾਬਿਆਂ ਦੇ ਨਲਕਾ ਵੀ ਅੰਮ੍ਰਿਤ ਬਣਾਤਾ। ਉਹ ਜਦ ਚੜ੍ਹਾਈ ਕਰ ਗਏ, ਹੁਣ ਉਹ ਚੜ੍ਹਾਈ ਕਰਕੇ ਗਤੀ ਨਾ ਹੋਈ ਤੇ ਮੁੜ ਕੇ ਘੁੰਮਦੇ ਫਿਰਨ ਕਿਸੇ ਮਹਾਤਮਾ ਕੋਲ ਆ ਕੇ ਖੜ ਗਏ, ਕਹਿੰਦੇ ਮੇਰਾ ਤਾਂ ਭਲਾ ਹੀ ਨਹੀਂ। ਕਹਿੰਦੇ ਭਲਾ ਕਿਵੇਂ ਹੋਣਾ ਤੇਰਾ, ਤੂੰ ਸਾਰੀ ਜ਼ਿੰਦਗੀ ਤਾਂ ਲੋਕਾਂ ਨੂੰ ਕੁਰਾਹੇ ਪਾਉਂਦਾ ਰਿਹਾ, ਆ ਕੱਚੀ ਲੱਸੀ ਤੇਰੀ ਕਿਤੇ ਅੰਮ੍ਰਿਤ ਬਣ ਜਾਂਦੀ ਆ। ਝਾੜਿਆ ਝੰਬਿਆ ਚੰਗਾ, ਫੇਰ ਜਾ ਕੇ ਆਪਣੇ ਪਰਿਵਾਰ ਵਿੱਚ ਆਪਣੀ ਪਤਨੀ ਨੂੰ ਮਿਲ ਕੇ ਕਹਿਣ ਲੱਗਾ, ਉਹ ਸਾਰੇ ਅੰਮ੍ਰਿਤ ਛਕ ਲਓ, ਅੰਮ੍ਰਿਤ ਮੈਂ ਤਾਂ ਬੇਗਤਾ ਤੁਰਿਆ ਫਿਰਦਾ। ਹੁਣ ਉਹ ਘਮਾਣਾ ਵਾਲੇ ਸੰਤਾਂ ਦੇ ਲੜਕੇ ਨੇ ਅੱਗੇ ਅੰਮ੍ਰਿਤ ਛਕਿਆ, ਸਾਰੇ ਪਰਿਵਾਰ ਨੇ ਅੰਮ੍ਰਿਤ ਛਕ ਲਿਆ। ਹੁਣ ਅੱਗੇ ਹੁਣ ਉਹ ਆਪਣੀ ਸੰਗਤ ਨੂੰ ਵੀ ਕਹਿੰਦੇ ਨੇ ਵੀ ਅੰਮ੍ਰਿਤ ਛਕ ਲਓ, ਨਹੀਂ ਤਾਂ ਬੇਗਤੇ ਮਰ ਜਾਓਗੇ। ਉਹ ਜਿਹੜਾ ਕਹਿੰਦਾ ਸੀ ਮੈਂ ਗੁਰੂ ਹਾਂ, ਅਸੀਂ ਉਦੋਂ ਉਹਨੂੰ ਕਹਿੰਦੇ ਹੁੰਦੇ ਸੀ ਬਈ ਸੰਤ ਜੀ ਆ ਜਿਹੜਾ ਤੁਸੀਂ ਫੂਕਾਂ ਮਾਰਦੇ ਨਾ, ਆ ਖੂਹ 'ਚ ਫੂਕ ਮਾਰਦੀ, ਕਿੰਨੀ ਹਾਸੇ ਦੀ ਗੱਲ, ਖੂਹ 'ਚ ਫੂਕ ਮਾਰਤੀ, ਅੰਮ੍ਰਿਤ ਬਣਾਤਾ, ਪੀ ਲਓ ਬਈ। ਲੋਕ ਵੀ ਝੱਲੇ ਹੋ ਕੇ ਉਹਦੇ ਮੰਗਰ ਲੱਗੇ ਰਹੇ ਤੇ ਅੱਜ ਉਹ ਬੇਗਤਾ ਤੁਰਿਆ ਫਿਰਦਾ, ਉਹਦੀ ਕਲਿਆਣ ਨਹੀਂ ਹੋਈ। ਅੱਜ ਉਹੀ ਕਹਿੰਦਾ ਉਹ ਅੰਮ੍ਰਿਤ ਛਕ ਲਓ, ਅੰਮ੍ਰਿਤ ਛਕ ਲਓ ਤਾਂ ਭਲਾ ਹੋਣਾ। ਇਸ ਕਰਕੇ ਸਤਿਗੁਰੂ ਮਹਾਰਾਜ ਦੇ ਗੁਣਾਂ ਨੂੰ ਤਾਂ ਆਪਾਂ ਕਥਨ ਕਰ ਹੀ ਨਹੀਂ ਸਕਦੇ। ਜਿੰਨੇ ਗੁਣ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਨੇ ਬਖਸ਼ੇ ਨੇ, ਜਿੰਨੇ ਗੁਣ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨੇ, ਸਤਿਗੁਰੂ ਮਹਾਰਾਜ ਕਹਿੰਦੇ ਨੇ ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗਾ ਨਹੀਂ ਦੂਰੇ। ਜਿੰਨੇ ਗੁਣ ਆਪਾਂ ਨੂੰ ਦਿੱਤੇ ਨੇ ਖਾਲਸੇ ਨੂੰ, ਇੰਨੇ ਗੁਣ ਕਿਸੇ ਕੋਲ ਨਹੀਂ ਹੈ। ਕੋਈ ਵੀ ਧਰਮੀ ਬੰਦਾ ਹੋਵੇ ਦੁਨੀਆ 'ਚ, ਉਹ ਸਿੱਖ ਦੇ ਅੱਗੇ ਜ਼ਰੂਰ ਝੁਕੂਗਾ। ਉਹ ਜੇ ਜ਼ਰੂਰ ਕਹੂਗਾ ਵੀ ਜਿੰਨਾ ਕੁਝ ਤੁਹਾਨੂੰ ਦਿੱਤਾ ਇੰਨਾ ਸਾਨੂੰ ਨਹੀਂ ਦਿੱਤਾ। ਖਾਲਸੇ ਨੂੰ 2 ਪਦਵੀਆਂ ਦਿੱਤੀਆਂ ਨੇ ਮਹਾਰਾਜ ਨੇ। ਕੋਈ ਬੜਾ ਤਕੜਾ ਨਿਰਮਲਾ ਸੰਤ ਮਹਾਤਮਾ ਸੀ,